ਮੌਜੂਦਾ ਦਾ ਇੱਕ ਐਡਾ ਵੱਡਾ ਇਸ਼ੂ ਪਿਛਲੇ 7-8 ਸਾਲ ਤੋਂ ਲਟਕ ਰਿਹਾ ਵਾ ਔਰ ਕਈ ਸਰਕਾਰਾਂ ਬਦਲ ਗਈਆਂ। ਅਗਰ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਕਿ ਉਹਨਾਂ ਨੇ ਨਹੀਂ ਕੀਤਾ ਤੇ ਉੱਥੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਹੈ। ਚਾਹੇ ਉਹ ਆਪਾਂ ਪੁਰਾਣੀ 2017 ਦੀ ਗੱਲ ਕਰ ਲਈਏ, ਚਾਹੇ ਹੁਣ 2022 ਦੇ ਵਿੱਚ ਗੱਲ ਕਰ ਲਈਏ, ਪੁਰਾਣੀਆਂ ਸਾਰੀਆਂ ਸਰਕਾਰਾਂ ਨੂੰ ਇਸੇ ਗੱਲ ਦੀ ਸਜ਼ਾ ਮਿਲੀ ਕਿ ਉਹਨਾਂ ਨੇ ਬੇਅਦਬੀਆਂ ਨੂੰ ਅਤੇ ਬਾਈਬਲ ਕਲਾ ਨੂੰ ਵੈਦਾ ਕਰਨ ਤੋਂ ਉਪਰੰਤ ਕੁਛ ਨਹੀਂ ਕੀਤਾ। ਕੁਛ ਨਹੀਂ ਕਹਿਣ ਤੋਂ ਮਤਲਬ ਹੁੰਦਾ ਕਿ ਕੋਈ ਪੁਖਤਾ ਐਕਸ਼ਨ, ਪੁਖਤਾ ਮੀਨਸ ਕਿ ਇਹਦੀ ਜੜ ਤੱਕ ਜਾ ਕੇ ਜਿਹੜੀਆਂ ਬੇਅਦਬੀਆਂ ਹੋਈਆਂ ਔਰ ਬੇਅਦਬੀਆਂ ਤੋਂ ਬਾਅਦ ਜਿਸ ਢੰਗ ਦੇ ਨਾਲ ਬਾਈਬਲ ਕਲਾਂ 'ਚ ਨੌਬਤ ਆਈ ਕਿ 2 ਸਿੱਖ ਜਵਾਨਾਂ ਨੂੰ ਮਾਰ ਦਿੱਤਾ ਗਿਆ, ਉਸ ਦੇ ਉੱਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਸੋ ਮੈਂ ਪਿਛਲੀ ਵਾਰ ਵੀ ਜਿੱਦਣ ਆਇਆ ਮੋਰਚੇ ਤੇ ਅਸੀਂ ਸੁਖਰਾਜ ਸਿੰਘ ਹੋਣਾ ਨੇ ਜਿਹੜਾ ਹੁਣ ਤਕਰੀਬਨ 422 ਦਿਨ ਤੋਂ ਉੱਪਰ ਇਸ ਧਰਨੇ ਤੇ ਬੈਠੇ ਨੇ, ਜਦੋਂ ਇਹਨਾਂ ਨੇ ਪਿੱਛੇ ਇਕੱਠ ਕੀਤਾ ਸੀ 14 ਅਕਤੂਬਰ ਨੂੰ ਜਾਂ ਉਸ ਵੇਲੇ, ਤਾਂ ਉਦੋਂ ਵੀ ਮੈਂ ਇਹੀ ਕਿਹਾ ਸੀਗਾ ਕਿ ਇਹ ਜਿਹੜਾ ਕੋਈ ਰੂਟੀਨ ਮੈਟਰ ਨਹੀਂਗਾ ਕਿ ਕਿਸੇ ਦਾ ਦਿਲ ਕੀਤਾ ਤਾਂ ਉਹਨੇ ਬੇਅਦਬੀਆਂ ਕਰ ਦਿੱਤੀਆਂ। ਇਹਦਾ ਇੱਕ ਬਕਾਇਦਾ ਇੱਕ ਸੀਕੁਐਂਸ ਆਫ ਇਵੈਂਟਸ ਹੈ। ਜਦੋਂ ਉਸ ਵਕਤ ਡੇਰਾ ਸੱਚਾ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਪਹਿਨ ਕੇ ਕੋਸ਼ਿਸ਼ ਕੀਤੀ ਸੀਗੀ ਉਹਨਾਂ ਦੀ ਬਰਾਬਰਤਾ ਕਰਨ ਦੀ, ਉਸ ਤੋਂ ਬਾਅਦ ਬੜੇ ਪਬਲਿਕ ਪ੍ਰੈਸ਼ਰ ਦੇ ਅਧੀਨ ਉਸ ਵਕਤ ਦੀ ਬਾਦਲ ਸਰਕਾਰ ਨੇ ਉਹਨਾਂ ਤੇ 295 ਦਾ ਕੇਸ ਚਲਾਇਆ। ਫਿਰ ਸਡਨਲੀ 2012 ਦੇ ਵਿੱਚ ਹਲੇ ਐਨ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ ਸੈਸ਼ਨ ਕੋਰਟ ਬਠਿੰਡਾ 'ਚੋਂ ਉਹ ਕੇਸ ਕਿਹੜੇ ਹਾਲਾਤਾਂ ਵਿੱਚ ਵਾਪਸ ਲਿਆ ਗਿਆ, ਕਿਹੜੇ ਹਾਲਾਤਾਂ ਵਿੱਚ ਉਸ ਨੂੰ ਰਿਲੀਫ ਮਿਲੀ, ਉਹ ਤੁਸੀਂ ਸਾਰੇ ਸਮਝ ਸਕਦੇ ਹੋ ਕਿ ਉਹ ਇੱਕ ਉਸ ਵਕਤ ਦੀ ਸਰਕਾਰ ਦੀ ਤੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਆਪਸ ਵਿੱਚ ਜਿਹੜਾ ਗੰਢ ਤੁੱਪ ਹੋ ਗਿਆ ਵੋਟਾਂ ਨੂੰ ਲੈ ਕੇ। ਠੀਕ ਹੈ, ਉਸ ਵਕਤ ਬਾਦਲ ਪਰਿਵਾਰ ਨੇ ਵੋਟਾਂ ਦੇ ਗੰਢ ਤੁੱਪ ਤਾਂ ਕਰ ਲਿਆ, ਲੇਕਿਨ ਸਿੱਖ ਪੰਥ ਚੋਂ ਉਹ ਏਲੀਨੇਟ ਹੋ ਗਏ, ਉਹ ਉਹਨਾਂ ਦੀ ਗੱਲ ਖਤਮ ਹੋਣੀ ਸ਼ੁਰੂ ਹੋ ਗਈ ਉਸ ਵਕਤ। ਔਰ ਉੱਥੇ ਹੀ ਬਸ ਨਹੀਂ, ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਕੀਤਾ ਗਿਆ। ਉੱਥੋਂ ਜਥੇਦਾਰ ਤੋਂ ਬਿਲਕੁਲ ਬੇਬੁਨਿਆਦ ਮਾਫੀਨਾਮੇ ਦਵਾਏ ਗਏ ਜਿਹੜੇ ਮਾਫੀਆਂ ਕਦੀ ਮੰਗੀਆਂ ਨਹੀਂ ਗਈਆਂ, ਔਰ ਫਿਰ ਉਸ ਨੂੰ ਪ੍ਰਚਾਰਿਆ ਗਿਆ ਅਖਬਾਰਾਂ ਦੇ ਵਿੱਚ। ਫਿਰ ਇੱਕ ਪਬਲਿਕ ਪ੍ਰੈਸ਼ਰ ਜਿਹੜਾ ਸੀਗਾ, ਗੁਰੂ ਨਾਨਕ ਨਾਮ ਲੇਵਾ ਦੁਨੀਆ 'ਚ ਬੈਠਾ, ਉਹਨਾਂ ਨੇ ਜਦੋਂ ਇਹਨਾਂ ਤੇ ਪ੍ਰੈਸ਼ਰ ਪਿਆ ਫਿਰ ਸਾਰਾ ਕੁਝ ਉਹ ਵਾਪਸ ਲਿਆ ਗਿਆ। ਔਰ ਉਸ ਤੋਂ ਬਾਅਦ ਜਿਹੜਾ ਉਹ ਫਿਲਮ ਦਾ ਆਉਂਦਾ ਗੱਲ ਮੈਸੇਂਜਰ ਆਫ ਗੋਡ, ਔਰ ਉਸ ਤੋਂ ਬਾਅਦ ਜਿਹੜੀਆਂ ਬੇਅਦਬੀਆਂ ਇੱਕ ਸੀਕੁਐਂਸ ਆਫ ਇਵੈਂਟਸ ਵਿੱਚ ਹੋਈਆਂ, ਕਿਉਂਕਿ ਇੱਕ ਜਿਹੜਾ ਸੀਗਾ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਸੀ। ਜਿੱਥੇ ਸਿੱਖ ਬੈਠਦੇ ਸੀ ਕਰਨ ਲਈ ਪ੍ਰੋਟੈਸਟ ਜਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ, ਉਹਨਾਂ ਤੇ ਡਾਂਗਾਂ ਭਰਾਈਆਂ ਜਾਂਦੀਆਂ, ਪਾਣੀ ਮਾਰਿਆ ਜਾਂਦਾ। ਜਿੱਥੇ ਡੇਰੇ ਵਾਲੇ ਬੈਠਦੇ ਉੱਥੇ ਜਾ ਕੇ ਉਹਨਾਂ ਦੀ ਹਿਫਾਜ਼ਤ ਕੀਤੀ ਜਾਂਦੀ। ਇਹ ਸਾਰੀ ਗੱਲ ਵੱਧਦੀ ਨੌਬਤ ਤੇ ਆ ਗਈ ਕਿ ਕੋਟਕਪੂਰੇ ਵਾਲੇ ਇਕੱਠ ਤੇ ਉਦੋਂ ਬਿਲਕੁਲ ਅਨਵਾਰੰਟਡ ਐਕਸੈਸਿਵ ਯੂਜ਼ ਆਫ ਫੋਰਸ, ਜਿਸ ਢੰਗ ਦੇ ਨਾਲ ਅਜੀਤ ਸਿੰਘ ਦੇ ਚੂਲੇ ਵਿੱਚ ਗੋਲੀ ਮਾਰੀ ਗਈ, ਉੱਥੇ ਬੈਠੀਆਂ ਸਾਰੀ ਜਿੰਨੇ ਸ਼ਬਦ ਕੀਰਤਨ ਕਰ ਰਹੇ ਬਜ਼ੁਰਗ ਔਰਤਾਂ, ਉਹਦੇ ਤੇ ਲਾਠੀ ਚਾਰਜ ਹੋਇਆ, ਪਾਣੀ ਮਾਰਿਆ ਗਿਆ। ਉਸ ਤੋਂ ਬਾਅਦ ਸਾਰੀਆਂ ਫੌਜਾਂ ਦਗੜ ਕਰਦੀਆਂ ਬਾਈਬਲ ਆਣ ਕੇ ਤੇ 2 ਸਿੱਖ ਨੌਜਵਾਨਾਂ ਦਾ ਕਤਲ ਕਰ ਦਿੱਤਾ ਕਿ ਜਿਹੜੇ ਕਿ ਭੁੰਜੇ ਬੈਠੇ ਸੀ। ਸਾਰੀਆਂ ਗੱਲਾਂ ਤੁਹਾਡੀ ਪਬਲਿਕ ਡੋਮੇਨ 'ਚ ਬਹੁਤ ਵਾਰੀ ਆ ਚੁੱਕੀਆਂ ਨੇ। ਇਹ ਸਾਰੇ ਫੈਕਟਸ ਰਿਕਾਰਡ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ। ਉਸ ਕਮਿਸ਼ਨ ਦੀ ਰਿਪੋਰਟ ਨੂੰ ਪੂਰਾ 8-10 ਘੰਟੇ ਪੰਜਾਬ ਵਿਧਾਨ ਸਭਾ ਵਿੱਚ ਘੋਖ ਕੀਤੀ ਗਈ, ਉਹਦੇ ਤੇ ਚਰਚਾ ਕੀਤੀ ਗਈ। ਉਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿੱਚ ਸਾਰਾ ਕਿਸ ਤਰ੍ਹਾਂ ਨਾਲ ਇਹ ਹੋਈਆਂ, ਸਾਰਾ ਇਹਦਾ ਪੂਰਾ ਡਿਟੇਲਡ ਇੱਕ ਕੱਚਾ ਚਿੱਠਾ ਉਹਦੇ ਵਿੱਚ ਸੀਗਾ। ਉਹਦੇ 'ਚ ਇਹ ਵੀ ਸੀਗਾ ਕਿ ਸੁਮੇਧ ਸਿੰਘ ਸੈਣੀ ਇਹ ਕਹਿ ਰਿਹਾ ਵਾ, ਉਹਨੇ ਐਫੀਡੇਵਿਟ ਦਿੱਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿ 14 ਅਕਤੂਬਰ ਦੇ ਤੜਕੇ ਜਦੋਂ ਇੱਥੇ ਗੋਲੀ ਚੱਲਦੀ ਆ, ਉਦੋਂ ਮੈਨੂੰ ਉਸ ਵਕਤ ਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਸਵੇਰੇ ਤੜਕੇ 2 ਵਜੇ ਟੈਲੀਫੋਨ ਆਇਆ। 2 ਵਜੇ ਟੈਲੀਫੋਨ ਕੌਣ ਕਰਦਾ ਨੋਰਮਲ ਕੋਰਸ ਵਿੱਚ? ਉਸੇ ਦਿਨ ਹੀ ਕੋਟਕਪੂਰੇ ਲਾਠੀ ਚਾਰਜ ਹੋ ਜਾਂਦਾ, ਉਸੇ ਦਿਨ ਉੱਥੇ ਆਣ ਕੇ ਹੋ ਜਾਂਦਾ। ਸੋ ਇਹ ਇੱਕ ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਨੇ ਇੱਕ ਇਸ ਦਾ ਨਾ ਇਹਦੀ ਗੰਭੀਰਤਾ ਨੂੰ ਸਮਝਿਆ, ਇਹਨੂੰ ਐਵੇਂ ਸਮਝਿਆ ਵੀ ਕੋਈ ਗੱਲ ਨਹੀਂ, ਅਸੀਂ ਸ਼ਾਇਦ ਕਰ ਲਾਂਗੇ। ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਜਿਸ ਢੰਗ ਦੇ ਨਾਲ ਇਸ ਨੂੰ ਡਿਲੇ ਕੀਤਾ, ਅਨਫੋਰਚੂਨੇਟਲੀ ਉਹਨਾਂ ਨੂੰ ਵੀ ਖਮਿਆਜ਼ਾ ਭੁਗਤਣਾ ਪਿਆ। ਤੁਸੀਂ ਦੇਖ ਲਿਆ ਹਾਲਾਤ ਕਿ ਬੇਅਦਬੀ ਕੋਰ ਇਸ਼ੂ ਆ, ਚਾਹੇ ਆਪਾਂ ਇਸ ਨੂੰ ਜਿੰਨਾ ਮਰਜ਼ੀ ਕਹੀ ਚੱਲੀਏ ਜੀ ਨਹੀਂ, ਇਹ ਇੱਕ ਮੇਜਰ ਪੋਲੀਟੀਕਲ ਇਸ਼ੂ, ਆਫ ਕੋਰਸ ਰਿਲੀਜੀਅਸ ਐਂਡ ਪੋਲੀਟੀਕਲ ਇਸ਼ੂ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ। ਇਸ ਕਰਕੇ ਫਿਰ ਇਲੈਕਸ਼ਨ ਆਈ ਔਰ ਫਿਰ ਹੋਣ ਵਾਲੀ ਸਰਕਾਰ ਨੇ ਕਿਹਾ ਜੀ ਅਸੀਂ ਤਾਂ ਗੱਲ ਹੀ ਕੋਈ ਨਹੀਂ, ਕਿ ਕੇਜਰੀਵਾਲ ਸਾਹਿਬ ਕਹਿੰਦੇ 3 ਮਹੀਨਿਆਂ ਦੇ ਵਿੱਚ ਅਸੀਂ ਇਸ ਮਸਲੇ ਨੂੰ ਹੱਲ ਕਰ ਦਿਆਂਗੇ। ਔਰ ਫਿਰ ਲੋਕਾਂ ਨੇ ਇਹਨਾਂ ਤੇ ਭਰੋਸਾ ਕਰਕੇ ਵੋਟਾਂ ਪਾਈਆਂ। ਹੁਣ ਆਪਾਂ ਦੇਖ ਰਹੇ ਕਿ 10 ਮਹੀਨੇ ਇਹ ਵੀ ਲੰਘ ਚੁੱਕੇ ਨੇ, ਔਰ ਜਿਸ ਤਰ੍ਹਾਂ ਦੱਸ ਰਹੇ ਨੇ ਵਕੀਲ ਸਾਹਿਬ ਬੈਠੇ ਨੇ ਪਿੱਛੇ, ਸੁਖਰਾਜ ਨੂੰ ਵੀ ਦੱਸ ਰਹੇ ਨੇ
ਕਿ ਹਲੇ ਜਿਹੜਾ ਕੋਰ ਇਸ਼ੂ ਆ ਜਿਹੜਾ ਉਹਦੇ 'ਚ ਇਹ ਹੈ ਕਿ ਬਹਿਬਲ ਕਲਾਂ ਦੇ ਮੁੱਦੇ ਤੇ ਕਤਲੋ ਗਾਰਤ ਵਿੱਚ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ ਸਰਕਾਰ ਵੱਲੋਂ। ਰਿਪੀਟਡ ਡਾਇਰੈਕਸ਼ਨਸ ਨੇ, ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਇਨਵੈਸਟੀਗੇਸ਼ਨ 6 ਮਹੀਨਿਆਂ 'ਚ ਕੰਪਲੀਟ ਕਰਕੇ ਚਲਾਨ ਪੇਸ਼ ਕੀਤਾ ਜਾਵੇ, ਉਹ ਵੀ ਇਗਨੋਰ ਕੀਤਾ। ਔਰ ਫਿਰ ਹੁਣ ਉਹ ਚਲਾਨ ਜਿਹੜਾ ਹੈਗਾ ਕੋਟਕਪੂਰੇ ਦੇ ਚਲਾਨ ਦੇ ਨਾਲ ਕਨੈਕਟਡ ਹੈਗਾ। ਸੋ ਇਹ ਜਿਹੜਾ ਇੱਕ ਇਹ ਕੀਤਾ ਜਾ ਰਿਹਾ, ਇੱਕ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਇਨਸਾਫ ਦੀ ਲੜਾਈ ਨੂੰ। ਔਰ ਇਸੇ ਜਗ੍ਹਾ ਤੇ ਭਗਵੰਤ ਸਿੰਘ ਮਾਨ ਸਮੇਤ, ਕੁਲਤਾਰ ਸਿੰਘ ਸੰਧਵਾ ਸਮੇਤ ਜਿੰਨੇ ਇਹਨਾਂ ਦੇ ਐਮਐਲਏਜ਼, ਮੈਨੂੰ ਯਾਦ ਹੈ ਚੰਗੀ ਤਰ੍ਹਾਂ ਨਾਲ, ਜਦੋਂ 2015 ਚ ਅਸੀਂ ਇਕੱਠ ਕੀਤਾ, ਉਸੇ ਇਕੱਠ ਵਿੱਚ ਇਹ ਬੋਲੇ ਨੇ ਆਣ ਕੇ ਆਪ, ਔਰ ਰਿਪੀਟਡਲੀ ਆਉਂਦੇ ਰਹੇ ਨੇ। ਤੇ ਹੁਣ ਆ ਪਿਛਲੇ 3-4 ਮਹੀਨੇ ਪਹਿਲਾਂ ਕੁਲਵੰਤ ਸਿੰਘ ਸੰਧਵਾ ਇੱਥੇ ਬਤੌਰ ਆਪ ਆਏ ਨੇ, ਔਰ ਉਹਨਾਂ ਕਿਹਾ ਕਿ ਮੈਂ 1 ਮਹੀਨੇ ਦਾ ਸਮਾਂ ਹੋਰ ਦੇ ਦਿਓ ਮੈਨੂੰ, ਮੈਂ ਗੁਰੂ ਦਾ ਸਿੱਖ ਨੀਗਾ ਜੇ ਇਨਸਾਫ ਨਾਲ ਲੈ ਕੇ ਦੇਵਾਂ। ਤੇ ਹੁਣ ਆਪਾਂ ਉਸ ਤੋਂ ਵੀ ਭੱਜ ਗਏ ਆ। ਔਰ ਇਸ ਕਰਕੇ ਮੈਂ ਸਮਝਦਾ ਕਿ ਆਹ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਪੁਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਵਾਂਗੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਬਾਈਬਲ ਕਤਲकांड ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋ ਰਹੀਆਂ ਨੇ। ਇਹਨਾਂ ਨੇ ਜਦੋਂ ਇਹਨਾਂ ਨੂੰ ਹੁਣ ਕੋਈ ਹੋਰ ਆਪਸ਼ਨ ਹੀ ਨਹੀਂ ਗਈ, ਜਦੋਂ ਇਹਨਾਂ ਨੇ 31 ਜਨਵਰੀ ਦੀ ਡੈਡਲਾਈਨ ਦਿੱਤੀ ਸੀਗੀ ਸਰਕਾਰ ਕਿ ਅਸੀਂ 31 ਜਨਵਰੀ ਤੱਕ ਚਲਾਨ ਪੇਸ਼ ਕਰ ਦਾਂਗੇ, 31 ਜਨਵਰੀ ਵੀ ਲੰਘ ਗਈ, ਤਾਂ ਇਹਨਾਂ ਨੇ ਆਣ ਕੇ ਇਹ ਜਿਹੜਾ ਲਾਸਟ ਰਿਜ਼ੋਰਟ ਹੁੰਦਾ ਇਹਨਾਂ ਨੇ ਹਾਈਵੇ ਬਲੌਕ ਕੀਤਾ ਵਾ। ਮੈਂ ਸਮਝਦਾ ਕਿ ਉਹਦੇ 'ਚ ਪਬਲਿਕ ਨੂੰ ਕੋਈ ਥੋੜ੍ਹੀ ਬਹੁਤੀ ਪਰੇਸ਼ਾਨੀ ਹੋ ਸਕਦੀ, ਲੇਕਿਨ ਇੱਕ ਇਸ਼ੂ ਕੌਜ਼ ਇਸ ਤਰ੍ਹਾਂ ਦਾ ਵਾ ਜਿਹਦੇ ਵਾਸਤੇ ਇਨਸਾਫ ਲੈਣਾ ਬਹੁਤ ਜ਼ਰੂਰੀ ਆ। ਤਾਂ ਕਰਕੇ ਅਸੀਂ ਆਏ। ਮੈਂ ਪਿਛਲਾ ਫੰਕਸ਼ਨ ਨਹੀਂ ਇਹਨਾਂ ਦਾ ਦਿਨ ਮਿਸ ਕਰ ਗਿਆ ਸੀਗਾ, ਕੁਛ ਰੁਝੇਵੇਂ ਹੁੰਦੇ ਕਈ ਵਾਰੀ, ਬਾਹਰ ਅੰਦਰ ਹੁੰਦਾ ਪੰਜਾਬ ਤੋਂ ਆਦਮੀ। ਤਾਂ ਮੇਰੀ ਹਮਦਰਦੀ ਸ਼ੁਰੂ ਤੋਂ, ਪਹਿਲੇ ਦਿਨ ਤੋਂ ਅਸੀਂ ਇਸ ਲੜਾਈ ਵਿੱਚ ਸਾਥ ਦਿੱਤਾ ਵਾ, ਗਾਂ ਵੀ ਲੜਦੇ ਰਵਾਂਗੇ, ਕਿਉਂਕਿ ਮੈਂ ਦੇਖ ਰਿਹਾ ਵਾਂ ਕਿ ਜਿਹੜੀ ਹੁਣ ਇਸ ਵਕਤ ਦੀ ਸਰਕਾਰ ਆ ਇਹ ਨਾ ਸਿਰਫ ਬੇਅਦਬੀਆਂ ਤੇ ਲੇਕਿਨ ਬਹੁਤ ਹੋਰ ਦੂਸਰੇ ਮੁੱਦਿਆਂ ਤੇ ਵੀ ਆਪਣੇ ਵਾਅਦਿਆਂ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਵਾਅਦਿਆਂ ਨੂੰ ਤਲਾਂਜਲੀ ਦਿੱਤੀ ਆ। ਚਾਹੇ ਆਪਾਂ ਡਰੱਗਸ ਦੀ ਗੱਲ ਕਰ ਲਈਏ, ਚਾਹੇ ਆਪਾਂ ਇੰਪਲੋਇਮੈਂਟ ਦੀ ਗੱਲ ਕਰ ਲਈਏ, ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਕਰ ਲਈਏ। ਹੁਣ ਮੈਂ ਦੂਸਰੇ ਇਸ਼ੂਜ਼ ਨੂੰ ਹਲੇ ਟੱਚ ਨਹੀਂ ਕਰਨਾ ਚਾਹੁੰਦਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਨੂੰ ਇਹ ਫਿਰ ਦੁਬਾਰਾ ਇਹ ਪੁਰਜ਼ੋਰ ਅਪੀਲ ਆ ਕਿ ਇਹ ਬਹੁਤ ਇੰਪੋਰਟੈਂਟ ਇਸ਼ੂ ਆ। ਇਹ ਜਦ ਤੱਕ ਇੱਥੇ ਪੁਖਤਾ ਇਨਸਾਫ, ਪੁਖਤਾ ਮੀਨਸ ਕਿ ਜਿਹੜੇ ਕਨਸਪੀਰੇਟਰਸ ਆ, ਜਿਹੜੇ ਪੀਪਲ ਹੂ ਆਰ ਪਾਵਰਫੁਲ, ਪੀਪਲ ਹੂ ਆਰ ਰਿਸਪੌਂਸਿਬਲ ਫॉर ਦਿਸ ਐਕਸ਼ਨ, ਤੁਸੀਂ ਛੋਟੇ ਮੋਟੇ ਬੰਦਿਆਂ ਦੇ ਥੱਲੇ ਚਲਾਨ ਪੇਸ਼ ਕਰਦੇ ਆ, ਉਹ ਬੇਮੈਨੇ ਗੱਲ ਹੋ ਜਾਂਦੀ ਆ। ਜਿਹੜੀਆਂ ਮੇਨ ਵੱਡੀਆਂ ਧਿਰਾਂ ਇਸ ਵਿੱਚ ਕਨਸਪੀਰੇਟਰਸ ਗਣਾਈਆਂ ਗਈਆਂ ਨੇ ਜਨਤਾ ਵੱਲੋਂ, ਚਾਹੇ ਉਹ ਡੇਰੇ ਦਾ ਸਾਧ ਹੈ, ਚਾਹੇ ਉਹ ਉਸ ਵਕਤ ਦਾ ਚੀਫ ਮਿਨਿਸਟਰ ਹੈ, ਚਾਹੇ ਉਸ ਵਕਤ ਦਾ ਡੀਜੀਪੀ ਹੈ, unless they are arrested, they are put behind bars, ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਨਹੀਂ ਆਵੇਗੀ। ਇਸ ਦਾ ਸਮਰਥਨ ਕਰਨ ਲਈ ਇਸ ਸੁਖਰਾਜ ਸਿੰਘ ਦੀ ਜੋ ਇਹਨਾਂ ਨੇ ਅੱਗੇ ਇਸ ਮੋਰਚੇ ਨੂੰ ਵਧਾਇਆ ਵਾ, ਉੱਥੇ ਉਸ ਕਰਕੇ ਮੈਨੂੰ ਥੋੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ 2015 ਚ ਪਹਿਲਾਂ ਮੋਰਚਾ ਚੱਲ ਰਿਹਾ ਸੀਗਾ, 2018 ਨਹੀਂ ਮੰਡ ਸਾਹਿਬ, ਜੇ ਉਹ ਜਿਹੜਾ ਮੋਰਚਾ ਸੀ ਅਗਰ ਉਹ ਨਾ ਚੱਕਦੇ ਤੇ ਅੱਜ ਇਹ ਨੌਬਤ ਨਹੀਂ ਸੀ ਆਉਣੀ। ਅਨਫੋਰਚੂਨੇਟਲੀ ਉਹਨਾਂ ਨੇ ਜਾਣ ਬੁੱਝ ਕੇ ਕਿਹੜੇ ਕਾਰਨਾਂ ਕਰਕੇ ਕਿਉਂ ਕੀਤਾ, ਉਹ ਇੱਕ ਵੱਡਾ ਜਿਹੜਾ ਸੀਗਾ ਲੋਕਾਂ 'ਚ ਕਨਫਿਊਜ਼ਨ ਪੈਦਾ ਕੀਤੀ ਹੈ ਔਰ ਇਸ ਮੋਰਚੇ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗਲਤ ਹੋਇਆ। ਉਸ ਵਕਤ ਉਹ ਮੋਰਚਾ ਬਰਕਰਾਰ ਰਹਿਣਾ ਚਾਹੀਦਾ ਸੀ। ਇਸ ਕਰਕੇ ਜਦੋਂ ਉਹਨਾਂ ਨੇ ਬਿਨਾਂ ਸ਼ਰਤ, ਬਿਨਾਂ ਕਿਸੇ ਮੇਜਰ ਅਚੀਵਮੈਂਟ ਤੋਂ ਮੋਰਚਾ ਚੱਕਿਆ, ਉਸ ਵਕਤ ਫਿਰ ਸੁਖਰਾਜ ਸਿੰਘ ਨੇ ਜ਼ਿੰਮੇਵਾਰੀ ਜਿਹੜੀ ਚੱਕੀ ਆ। ਅਸੀਂ ਸਾਰੇ ਨਾਲ ਹੈਗੇ ਆ ਔਰ ਅਸੀਂ ਲੜਾਈ ਨਿਰੰਤਰ ਇਸ ਦੀ ਜਾਰੀ ਰੱਖਾਂਗੇ। ਦੋਨੋਂ ਸੜਕਾਂ ਬੰਦ ਆ, ਕੀ ਲੱਗਦਾ ਕਿ ਕਿੰਨਾ ਕੁ ਦਬਾਅ ਪਊਗਾ? ਪਹਿਲਾਂ ਵੀ ਕੁਝ ਟਾਈਮ ਬੰਦ ਕੀਤੀਆਂ ਸੀਗੀਆਂ, ਉਸ ਤੋਂ ਬਾਅਦ ਵੀ ਚਲੋ ਕੁਝ ਮੌਸਮ ਦੇਖੋ ਗੱਲ ਇਹ ਹੈਗੀ ਹੈ ਕਿ ਆਈ ਅੰਡਰਸਟੈਂਡ ਕਿ ਇਹਦੇ 'ਚ ਥੋੜਾ ਬਹੁਤਾ ਪਬਲਿਕ ਅਨਰੈਸਟ ਜਾਂ ਪਬਲਿਕ ਨੂੰ ਕੋਈ ਪਰੇਸ਼ਾਨੀ ਹੋ ਸਕਦੀ, ਲੇਕਿਨ ਪਬਲਿਕ ਕੌਣ ਆ? ਪਬਲਿਕ ਵੀ ਉਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਧਰਮ ਦੇ ਨਾਲ ਉਹਨਾਂ ਦੀ ਜਜ਼ਬਾਤ ਜੁੜੇ ਹੋਏ ਨੇ। ਤੇ ਜੇ ਪੰਜਾਬ ਵਰਗੀ ਧਰਤੀ ਤੇ ਸਾਡੇ ਇਸ਼ਟ ਦਾ ਹੀ ਕੋਈ ਮੁੱਲ ਨਹੀਂ ਗਾ, ਤੇ ਫਿਰ ਆਪਾਂ ਭਾਵੇਂ ਸੜਕ ਤੋਂ ਬਾਅਦ ਚ ਲੰਘੇ ਜਾਂ ਪਹਿਲਾਂ ਲੰਘੇ, ਦੈਟ ਇਜ਼ ਇਮਟੀਰੀਅਲ। ਸੋ ਇਹ ਬਹੁਤ ਇੰਪੋਰਟੈਂਟ ਇਸ਼ੂ ਹੈਗਾ। ਇਹਦੇ ਤੇ ਸਰਕਾਰ ਕੀ ਦਬਾਅ ਪਊਗਾ ਇਹਦੇ ਵਿੱਚ? ਹੋਰ ਸਰਕਾਰ ਦੇ ਕੋਲ ਕੀ ਕਰਨ? ਇਹ ਹੋਰ ਸਰਕਾਰ ਦੇ ਨਾਲ ਕਿਸ ਤਰ੍ਹਾਂ ਦੀ ਲੜਾਈ ਲੈਣ? ਇਸ ਤਰ੍ਹਾਂ ਦਾ ਦਬਾਅ ਪਊਗਾ ਸੜਕ ਜਾਮ ਕਰਕੇ? ਹੋਰ ਤੁਸੀਂ ਦੱਸ ਦਿਓ ਮੈਨੂੰ, ਇਹਦੇ ਚ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੈਗੀ, ਅਸੀਂ ਉਹ ਕਰ ਲੈਂਦੇ ਆ। ਮੈਂ ਉਹੀ ਤਾਂ ਕਹਿ ਰਿਹਾ ਨਾ, ਦੇਖੋ ਹੁਣ ਉੱਥੇ ਬੈਠੇ ਨੇ, ਮੋਰਚਾ ਲਾਇਆ ਬੰਦੀ ਸਿੰਘਾਂ ਦਾ, ਉੱਥੇ ਉਹਨਾਂ ਦੇ ਲਾਠੀ ਚਾਰਜ, ਪਾਣੀ ਦੀਆਂ ਬੁਛਾੜਾਂ ਕੀਤੀਆਂ। ਸੋ ਜਿਹੜੀ ਸਰਕਾਰ ਦੇ ਕੋਲ ਪੁਲਿਸ ਤੰਤਰ ਤੋਂ ਇਲਾਵਾ ਕੋਈ ਸੋਲਿਊਸ਼ਨ ਨਹੀਂਗਾ।
ਅਗਰ ਇਹ 422 ਦਿਨ ਦਾ ਬੈਠਾ ਪਹਿਲਾਂ ਬੈਠਾ ਹੀ ਸੀ ਸਾਈਡ ਦੇ ਉੱਤੇ, ਤੇ ਤੁਸੀਂ ਇਹਨਾਂ ਨੂੰ ਇਹਨਾਂ ਨਾਲ ਮਿਲ ਕੇ ਬੈਠ ਕੇ ਜੋ ਤੁਹਾਡੇ ਕੋਲ ਹੈਗਾ ਵਾ ਇਸ ਦਾ ਹੱਲ ਰੈਜ਼ੋਲੂਸ਼ਨ ਉਹ ਕਰੋ। ਇਹ ਜਿੰਨੇ ਵੀ ਧਰਨੇ ਲੱਗ ਰਹੇ ਨੇ ਕੋਈ ਖੁਸ਼ੀ ਨਾਲ ਤਾਂ ਲਾ ਨਹੀਂ ਰਿਹਾ। ਜੇ ਬੰਦੀ ਸਿੰਘਾਂ ਦੀ ਗੱਲ ਆਪਾਂ ਕਰ ਰਹੇ ਹਾਂ ਤਾਂ ਜਿਨ੍ਹਾਂ ਲੋਕਾਂ ਨੇ 32-32 ਸਾਲ ਕੈਦ ਕੱਟ ਰਹੀ ਆ ਉਹਨਾਂ ਨੂੰ ਰੱਖਣ ਦਾ ਅੰਦਰ ਤਾਂ ਕੋਈ ਤੁੱਕ ਹੀ ਨਹੀਂ ਬਣਦੀ। ਔਰ ਮੈਂ ਤਾਂ ਪਹਿਲਾਂ ਵੀ ਕਿਹਾ ਵਾ ਕਿ ਇਕੱਲੇ ਸਿੱਖਾਂ ਦੀ ਗੱਲ ਨਹੀਂ ਅਸੀਂ ਕਹਿ ਰਹੇ, ਹਿੰਦੂ, ਮੁਸਲਮਾਨ, ਈਸਾਈ ਜਿਹੜੇ ਹੋਰ ਕੈਦੀ ਨੇ ਜਿਹੜੇ ਆਪਣਾ ਸੰਵਿਧਾਨ ਮੁਤਾਬਕ ਆਪਣੀਆਂ ਕੈਦਾਂ ਪੂਰੀਆਂ ਕਰ ਚੁੱਕੇ, ਸਭ ਨੂੰ ਛੱਡੋ। ਹੁਣ ਜਦੋਂ ਤੁਸੀਂ ਨਹੀਂ ਛੱਡਦੇ, ਨਹੀਂ ਛਡਵਾ ਸਕਦੇ, ਉਦੋਂ ਤੁਸੀਂ ਉਦੋਂ ਆਣ ਕੇ ਜਿਹੜੇ ਹੁੰਦੇ ਨੇ ਉਹ ਧਰਨਾ ਮਾਰਦੇ ਨੇ। ਜਦੋਂ ਧਰਨਾ ਮਾਰਦੇ ਨੇ ਫਿਰ ਕੁਛ ਤਾਂ ਕਰਨਾ ਹੀ ਪੈਂਦਾ ਉਹਨਾਂ ਨੂੰ। ਬਟ ਐਨੀਵੇਜ਼ ਅਸੀਂ ਦੁਬਾਰਾ ਮੈਂ ਇਹਨਾਂ ਦੇ ਨਾਲ ਡਿਸਕਸ ਕਰੂੰਗਾ ਤੇ ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਕੀਤਾ ਜਾ ਸਕਦਾ। ਪਰ ਇਸ ਗੱਲ ਦੇ ਉੱਤੇ ਸਰਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਅਟਰ ਫੇਲੀਅਰ ਹੈ। ਔਰ ਇਹ ਕਹਿ ਰਹੇ ਨੇ ਕਿ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਉਹ ਨਹੀਂ ਰੋਕਦੇ, ਨਾ ਕੋਈ ਐਂਬੂਲੈਂਸ ਆ ਨਾ ਕੋਈ ਹੋਰ ਇਸ ਤਰ੍ਹਾਂ ਦੀ ਸਕੂਲ ਬੱਸਸ ਲੋਕਲ ਪਿੰਡ ਸਾਰੇ ਚੱਲਦੇ ਜਿਹੜੇ ਵੀ ਕੋਈ ਹੈਗਾ ਚੱਲ ਰਹੀ ਹੈਗੀ। ਬਟ ਸਟਿਲ ਵੀ ਵਿਲ ਡਿਸਕਸ ਅਬਾਊਟ ਦਿਸ ਆਲਸੋ। ਖਹਿਰਾ ਸਾਹਿਬ, ਕੁੰਵਰ ਵਿਜੇ ਪ੍ਰਤਾਪ ਇੱਕ ਸੱਤਾਧਰ ਦੇ ਜਿਹੜੇ ਹਿੱਸੇਦਾਰ ਨੇ, ਉਹ ਇੱਥੇ ਆ ਕੇ ਉਹਨਾਂ ਨੂੰ ਕਹਿਣਾ ਪੈਂਦਾ ਮੈਂ ਮੋਰਚੇ ਦੇ ਨਾਲ ਖੜਾ। ਕਿਵੇਂ ਲੱਗਦਾ ਤੁਹਾਨੂੰ ਐਮਐਲਏ ਸਾਹਿਬ ਦੀ ਜੇ ਉੱਥੇ ਸੁਣਵਾਈ ਨਹੀਂ ਹੁੰਦੀ, ਮੁੱਖ ਮੰਤਰੀ ਉਹਨਾਂ ਦੀ ਗੱਲ ਨਹੀਂ ਮੰਨ ਰਹੇ ਤੇ ਨਹੀਂ, ਉਹ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਦੀ ਗਵਾਹੀ ਦੇ ਰਿਹਾ ਵਾਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿਰਫ ਸਪੀਕਰ ਕੋਲੋਂ ਅੱਧੇ ਘੰਟੇ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਡਿਸਕਸ਼ਨ ਦਾ ਟਾਈਮ ਮੰਗਿਆ ਸੀ, ਉਹਨੂੰ ਟਾਈਮ ਹੀ ਨਹੀਂ ਦਿੱਤਾ ਗਿਆ। ਇਸ ਕਰਕੇ ਤੁਸੀਂ ਹੁਣ ਅੰਦਾਜ਼ਾ ਲਾ ਲਓ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਖੁਦ ਐਮਐਲਏ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਨਾਲ ਇਨਵੋਲਵ ਰਿਹਾ, ਉਹਨੂੰ ਨਹੀਂ ਬੋਲਣ ਦੇ ਰਹੇ, ਉਹਦਾ ਮੂੰਹ ਬੰਦ ਕਰਾਇਆ ਜਾ ਰਿਹਾ। ਇੱਥੋਂ ਉਹਨਾਂ ਦੇ ਮਨਸੂਬੇ ਪੂਰੇ ਤੁਹਾਨੂੰ ਸਾਫ਼ ਨਜ਼ਰ ਆ ਰਹੇ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਇਸ ਇਸ਼ੂ ਦੇ ਉੱਤੇ ਬਹੁਤ ਸੰਜੀਦਾ ਹੈ। ਜਿਹੜੀ ਪਹਿਲਾਂ ਵੀ ਕੋਈ ਮੇਰੇ ਖਿਆਲ ਰਿਪੋਰਟ ਵਗੈਰਾ ਬਣਾਈ, ਉਹ ਵੀ ਅਨਡੈਜ਼ਿਗਨੇਟਿਡ ਪਰਸਨਸ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸੌਂਪ ਦਿੱਤੀ ਗਈ ਆ। ਇੱਕ ਪ੍ਰੋਪਰ ਪ੍ਰਕਿਰਿਆ ਦੇ ਤਹਿਤ ਇਹਦੇ ਉੱਤੇ ਪੂਰੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਹੈ। ਖਹਿਰਾ ਸਾਹਿਬ, ਚਲਾਨ ਦੀ ਗੱਲ ਆ ਜਾਂਦੀ ਹੈ। ਚਲਾਨ ਕਈ ਵਾਰ ਖਬਰ ਇਹਨਾਂ ਕੋਲ ਪਹੁੰਚਾ ਦਿੱਤੀ ਜਾਂਦੀ ਹੈ ਕਿ ਸਰਕਾਰ ਬਹੁਤ ਜਲਦੀ ਚਲਾਨ ਪੇਸ਼ ਕਰ ਰਹੀ ਹੈ। ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਕਿ 1 ਮਹੀਨੇ ਅੰਦਰ ਚਲਾਨ ਪੇਸ਼ ਹੋਵੇਗਾ। ਲਾਸਟ ਮੰਥ ਦੀ ਗੱਲ ਕਰੀਏ ਤਾਂ ਆਪਾਂ ਉਸ ਤੋਂ ਬਾਅਦ ਕੋਈ ਵੀ ਹੁਣ 2-4 ਦਿਨ ਪਹਿਲੇ ਗੱਲ ਆਉਂਦੀ ਕਿ ਸਟੇਟਸ ਰਿਪੋਰਟ ਪੇਸ਼ ਕਰ ਦਿੱਤੀ ਹੈ ਕੋਰਟ ਦੇ ਵਿੱਚ। ਕੀ ਲੱਗਦਾ ਸਰਕਾਰ ਕਿੱਥੇ? ਮੇਰੇ ਹਿਸਾਬ ਨਾਲ ਇਹ ਸਾਰੇ ਇਸ਼ੂ ਨੂੰ ਜਾਣ ਬੁੱਝ ਕੇ ਕੰਪਲਿਕੇਟ ਕਰ ਦਿੱਤਾ ਵਾ, ਬੇਲੋੜਾ। ਅਸੂਲਨ ਤਾਂ ਜਿੱਦਣ ਇੱਥੇ ਗੋਲੀ ਚੱਲੀ ਸੀਗੀ, ਜਿਹੜਾ ਐਸਐਚਓ ਆ ਇਸ ਬਾਜਾਖਾਨਾ ਪੁਲਿਸ ਸਟੇਸ਼ਨ, ਬਾਜਾਖਾਨਾ ਦਾ ਪੁਲਿਸ ਸਟੇਸ਼ਨ ਦਾ ਐਸਐਚਓ ਕੰਪੀਟੈਂਟ ਹੈ ਟੂ ਫਾਈਲ ਐਨ ਐਫਆਈਆਰ ਅੰਡਰ 302 ਔਰ ਆਪਣੀ ਇਨਵੈਸਟੀਗੇਸ਼ਨ ਕਰਕੇ ਉਹ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ ਸੀਗਾ। ਜਦੋਂ ਸਰਕਾਰਾਂ ਕਿਸੇ ਗੱਲ ਨੂੰ ਠੰਡੇ ਬਸਤੇ 'ਚ ਪਾਉਂਦੀਆਂ ਨੇ, ਆਪਣੇ ਗਲੋਂ ਲਾਉਂਦੀਆਂ ਨੇ, ਫਿਰ ਉਹ ਐਸਆਈਟੀ ਬਣਾ ਦਿੰਦੀਆਂ ਨੇ, ਫਿਰ ਕਮਿਸ਼ਨ ਬਣਾ ਦਿੰਦੀਆਂ ਨੇ, ਫਿਰ ਕਮਿਸ਼ਨ ਦੇ ਕਈ ਉਹ ਕੰਪਲਿਕੇਟਿਡ ਉਹਨਾਂ ਦੇ ਇਸ਼ੂਜ਼ ਹੋ ਜਾਂਦੇ ਨੇ, ਜਿਹਦੇ ਨਾਲ ਗੁਨਾਹਗਾਰਾਂ ਨੂੰ ਰਿਲੀਫ ਮਿਲ ਜਾਂਦੀ। ਬਹੁਤ ਪੁਲਿਸ ਵਾਲੇ ਨੇ ਜਿਹੜੇ ਐਂਟੀਸਪੇਟਰੀ ਬੇਲਾਂ ਹੀ ਲੈ ਗਏ ਨੇ। ਸੁਮੇਧ ਸੈਣੀ ਲੈ ਗਿਆ ਡੀਜੀਪੀ ਐਂਟੀਸਪੇਟਰੀ ਬੇਲ। ਬਹੁਤ ਸਾਰਿਆਂ ਨੂੰ ਇਸ ਸ਼ੌਡੀ ਇਨਵੈਸਟੀਗੇਸ਼ਨ ਕਰਕੇ, ਪੂਅਰ ਇਨਵੈਸਟੀਗੇਸ਼ਨ ਦੇ ਕਰਕੇ ਬਹੁਤ ਸਾਰੇ ਕਾਨੂੰਨਾਂ ਦੀਆਂ ਅਦਾਲਤਾਂ ਵਿੱਚੋਂ ਫਾਇਦਾ ਲੈ ਗਏ ਨੇ। ਕੋਟਕਪੂਰੇ ਵਾਲੀ ਜਿਹੜੀ ਸਾਰੀ ਐਸਆਈਟੀ ਦੀ ਇਨਵੈਸਟੀਗੇਸ਼ਨ ਹੀ ਕੁਆਸ਼ ਕਰ ਦਿੱਤੀ ਆ। ਸੋ ਕਿਹਦੀ ਜ਼ਿੰਮੇਵਾਰੀ ਆ ਹੁਣ? ਕਿਸੇ ਤੁਹਾਡੀ ਮੇਰੀ ਜਾਂ ਕਿਸੇ ਇੰਡੀਵਿਜੂਅਲ ਦੀ ਤਾਂ ਹੈ ਨਹੀਂ ਗੀ। ਜਿਹੜਾ ਕ੍ਰਿਮੀਨਲ ਲਾਅ ਹੈਗਾ ਜਾਂ ਕਨਸਟੀਟਿਊਸ਼ਨ ਆ, ਕੋਈ ਵੀ ਓਫੈਂਸ, ਕੋਈ ਕ੍ਰਾਈਮ ਹੁੰਦਾ ਉਹ ਬਨਾਮ ਸਟੇਟ ਚੱਲਦਾ ਵਾ। ਸੋ ਇੱਥੇ ਪ੍ਰੋਸੀਕਿਊਸ਼ਨ ਜਾਂ ਜਿਹੜੀ ਏਜੰਸੀ ਆ ਜਿਸ ਨੇ ਸਜ਼ਾ ਕਰਾਉਣੀ ਆ, ਜਿਹਨੇ ਗੁਨਾਹ ਇਨਸਾਫ ਦਿਵਾਉਣਾ ਵਾ, ਉਹ ਸਟੇਟ ਆ। ਤੇ ਸਟੇਟ ਅੱਜ ਕੱਲ੍ਹ ਕਿਹਦੇ ਹੱਥਾਂ ਵਿੱਚ ਆ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ। ਹੁਣ ਜਦੋਂ ਆਪਾਂ ਕਹਿੰਦੇ ਕਿ ਜੀ ਹਲੇ ਸਮਾਂ ਨਹੀਂ ਹੋਇਆ, ਹੁਣ ਅਸੀਂ ਪਹਿਲਾਂ ਇਹ ਸਮਝਦੇ ਸੀ ਕਿ ਸਰਕਾਰ ਨਵੀਂ ਬਣੀ ਹੈ। ਹਾਲਾਂਕਿ ਇਹਨਾਂ ਦੇ ਆਪ ਹੀ ਕੇਜਰੀਵਾਲ ਨੇ ਕਿਹਾ ਕਿ 3 ਮਹੀਨੇ ਦਾ ਟਾਈਮ ਚਾਹੀਦਾ ਮੈਨੂੰ, ਸ਼ਾਇਦ ਜ਼ਿਆਦਾ 24 ਘੰਟੇ ਕਿਹਾ ਸੀ। ਹਾਂ, 24 ਘੰਟੇ। ਚਲੋ ਅਸੀਂ ਸਮਝਿਆ ਕਿ ਇੱਕ ਆਦਮੀ ਕਹਿਣ ਵਾਸਤੇ ਕਹਿ ਦਿੰਦਾ ਵਾ ਵੀ ਚਲੋ 24 ਘੰਟੇ ਨਹੀਂ, ਲੇਕਿਨ 100 days are enough to resolve any such complicated matter also। ਪਰ ਹੁਣ ਤਾਂ 10 ਮਹੀਨੇ ਹੋ ਗਏ ਨੇ। ਸੋ ਇਸ ਕਰਕੇ ਜੋ ਵੀ ਇਹ ਮੋਰਚੇ ਦਾ ਅਗਲਾ ਫੈਸਲਾ ਕੋਈ ਲੈਣਗੇ, ਅਸੀਂ ਸਾਰੇ ਨਾਲ ਹੈਗੇ ਹਾਂ। ਅਸੀਂ ਸਾਰਿਆਂ ਨੂੰ ਅਸੀਂ ਸਪੋਰਟ ਕਰਾਂਗੇ ਔਰ ਵੱਧ ਚੜ ਕੇ ਇਹਨਾਂ ਦੀ ਮਦਦ ਕਰਾਂਗੇ। ਪਾਕਿਸਤਾਨ ਦੀ ਤਰਫ ਤੇ ਬੇਦਬੀ ਵਾਲੇ ਮਾਮਲੇ ਵਿੱਚ ਕਿਹਾ ਗਿਆ ਸੀ। ਤੁਸੀਂ ਵੀ ਪਿਛਲੀ ਸਰਕਾਰ ਦਾ ਕੁਝ ਸਮਾਂ ਹਿੱਸੇਦਾਰ ਰਹੇ ਹੋ। ਤੁਸੀਂ ਉਸ ਵਕਤ ਜਿਵੇਂ ਹੁਣ ਚੰਨੀ ਦੀ ਸੀਗੀ ਸਰਕਾਰ 3 ਮਹੀਨੇ ਰਹੀ ਹੈ, ਤੁਸੀਂ ਕੋਸ਼ਿਸ਼ ਕੀਤੀ ਹੈ? ਤੁਹਾਡੀ ਸਰਕਾਰ ਵੇਲੇ ਵੀ ਟਾਲ ਮਟੋਲ ਕੀਤਾ ਗਿਆ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਤੁਸੀਂ ਮੇਰੀ ਕਾਰਵਾਈ ਸਾਰੀ ਨੂੰ ਅੱਛੀ ਤਰ੍ਹਾਂ ਜਾਣਦੇ ਹੋ। ਜਦੋਂ ਮੈਂ ਵਾਪਸ ਕਾਂਗਰਸ ਰੀਜੁਆਇਨ ਕੀਤੀ ਆ, ਮੈਂ ਇਹ ਸਾਰੇ ਇੰਪੋਰਟੈਂਟ ਇਸ਼ੂਜ਼ ਹਮੇਸ਼ਾ ਪਬਲਿਕ ਡੋਮੇਨ 'ਚ ਰੱਖੇ ਨੇ। ਇਹ ਨਹੀਂਗਾ ਕਿ ਮੈਂ ਆਇਆ ਤਾਂ ਮੈਂ ਕੁਛ ਨਹੀਂ ਦਿੱਤਾ। ਬਟ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਮੇਰੇ ਤੇ ਈਡੀ ਨੇ ਮੁਕੱਦਮਾ ਕਰਕੇ ਮੈਨੂੰ ਆਲਮੋਸਟ 80-90 ਦਿਨ ਤਾਂ ਜੇਲ੍ਹ ਦੇ ਵਿੱਚ ਹੀ ਰੱਖਿਆ। ਮੇਰੀ ਤਾਂ ਰਿਲੀਜ਼ ਹੀ ਇਲੈਕਸ਼ਨਾਂ ਦੇ ਕਾਗਜ਼ ਭਰਨ ਤੋਂ 5-4 ਦਿਨ ਪਹਿਲਾਂ ਹੋਈ ਸੀ। ਸੋ ਆਈ ਹੈਵ ਆਲਵੇਜ਼ ਬੀਨ ਡੂਇੰਗ ਕੈਰਿੰਗ ਆਊਟ ਮਾਈ ਫਾਈਟ ਅਗੇਂਸਟ ਇਨਜਸਟਿਸ। ਔਰ ਬੜਾ ਇੰਪੋਰਟੈਂਟ ਇਸ਼ੂ ਮੈਂ ਕਹਿ ਰਿਹਾ ਫਿਰ
ਕੁਝ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਨਹੀਂ ਜੀ ਹੁਣ ਕੋਈ ਹੋਰ ਇਸ਼ੂਜ਼ ਆ ਗਏ, ਨਹੀਂ, ਇਹ ਕੋਰ ਇਸ਼ੂ ਪੰਜਾਬ ਦੀ ਰਾਜਨੀਤੀ ਵਿੱਚ, ਪੰਜਾਬ ਦੀ ਸਿਆਸਤ ਵਿੱਚ ਰਹੇਗਾ। ਤੁਹਾਡੀ ਸਰਕਾਰ ਵੇਲੇ ਵੀ ਧਰਨਾਕਾਰੀ ਨੂੰ ਟਾਲ ਮਟੋਲ ਕਰਦੇ ਰਹੇ, ਹੁਣ ਵੀ ਟਾਲ ਮਟੋਲ ਕਰਦੇ ਪਏ ਆ। ਇਸ ਚੀਜ਼ ਦਾ ਤੁਹਾਨੂੰ ਪਤਾ ਲੱਗ ਗਿਆ ਕਿ ਟਾਲ ਮਟੋਲ ਕੀਤੀ ਕਿਉਂ ਜਾ ਰਹੀ ਹੈ? ਮੈਂ ਸਭ ਨੂੰ ਦੋਸ਼ੀ ਠਹਿਰਾ ਰਿਹਾ, ਮੈਂ ਕਿਸੇ ਨੂੰ ਬਚਾ ਹੀ ਨਹੀਂ ਰਿਹਾ। ਜੇ ਮਗਰਲਿਆਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਆ, ਇਹ ਹੁਣ ਵਾਲੇ ਕਰਨਗੇ ਤੇ ਇਹਨਾਂ ਨੂੰ ਵੀ ਸਜ਼ਾ ਮਿਲ ਗਈ। ਟਾਲ ਮਟੋਲ ਤਾਂ ਇਹੀ ਹੁੰਦਾ ਨਾ ਜੀ। ਦੇਖੋ ਗੱਲ ਇਹ ਆ ਕਿ ਜਦੋਂ ਆਦਮੀ ਸੱਤਾ ਤੋਂ ਬਾਹਰ ਫਿਰਦੇ ਨੇ, ਭਗਵੰਤ ਸਿੰਘ ਮਾਨ ਦੇ ਕਿੰਨੇ ਬਿਆਨ ਮੈਂ ਤੁਹਾਨੂੰ ਦਿਖਾ ਸਕਦਾ ਵਾਂ, ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਤੇ ਉਹ ਕਿੱਦਾਂ ਮਜ਼ਾਕ ਉਡਾ ਰਹੇ ਸੀ ਕਿ ਜੀ ਦੇਖੋ ਇਹ ਗਨਮੈਨ ਲੈ ਕੇ ਫਿਰਦੇ ਨੇ ਜੀ, ਇਹਨਾਂ ਨੂੰ ਚੁੱਲ੍ਹਿਆਂ ਦੀ ਅੱਗ ਨਹੀਂ ਦਿਸਦੀ, ਉੱਤੋਂ ਜਹਾਜ਼ਾਂ ਤੋਂ ਉੱਡਦੇ ਨੇ ਕੈਪਟਨ ਅਮਰਿੰਦਰ ਸਿੰਘ ਬਾਦਲ, ਇਹ ਦੇਖੋ ਜੀ ਇਹ VIP ਕਲਚਰ ਹੈ। ਜਿੰਨੇ ਬਿਆਨ ਇਹਨਾਂ ਨੇ ਦਿੱਤੇ ਭਗਵੰਤ ਸਿੰਘ ਮਾਨ ਨੇ, ਸਾਰੇ ਬਿਆਨਾਂ ਨੂੰ ਆਪ ਹੀ ਛਿੱਕੇ ਤੇ ਟੰਗਿਆ ਵਾ। ਅੱਜ ਭਗਵੰਤ ਮਾਨ ਦੇ ਪਰਿਵਾਰ ਕੋ 1000 ਬੰਦਾ ਸਿਕਿਉਰਿਟੀ ਦਾ ਹੋਣਾ, ਮਾਤਾ ਜੀ ਕੋਲ ਇਹਦਾ ਵਾ, ਭੈਣ ਜੀ ਕੋਲ ਇਹਦਾ ਵਾ, ਇਹਦੀ ਧਰਮ ਪਤਨੀ ਜਿੱਦਾਂ ਕੋਈ, ਉਹ ਮੈਂ ਦੇਖ ਰਿਹਾ CM ਕੈਵਲਕੇਟ ਦੀਆਂ ਲੈਕਸਸ ਜਿਹੜੀਆਂ ਗੱਡੀਆਂ ਨੇ ਉਹਦੀਆਂ, ਉਹ ਲਈ ਫਿਰਦੇ ਨੇ ਔਰ ਪੋਲਿਸੀ ਸਟੇਟਮੈਂਟਸ ਦੇ ਰਹੇ ਨੇ, ਤੇ VIP ਕਲਚਰ ਦਾ ਇੱਥੇ ਉਡਾ ਦਿੱਤਾ, ਆਪ ਹੀ ਛਿੱਕੇ ਤੇ ਟੰਗਤਾ। ਕਿੰਨਾ ਗਹਿਣਾ ਪਾ ਕੇ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ। ਔਰ ਪਹਿਲਾਂ ਹੈਲੀਕਾਪਟਰ ਸੀ ਅਮਰਿੰਦਰ ਸਿੰਘ ਦਾ, ਹੁਣ ਕਹਿੰਦੇ ਅਸੀਂ ਜੈਟ ਜਹਾਜ਼ ਲੈਣਾ ਜੀ, ਇੱਕ ਪੂਰਾ ਫਿਕਸਡ ਵਿੰਗ ਪਲੇਨ ਲੈਣਾ ਵਾ, ਤਾਂ ਕਿ ਕੇਜਰੀਵਾਲ ਸਾਹਿਬ ਬਾਕੀ ਪੰਜਾਬ ਦੇ ਦੇਸ਼ ਵਿੱਚ ਲੋਕ ਸਭਾ ਦਾ ਦੌਰਾ ਕਰ ਸਕਣ। ਗੈਰ ਕਾਨੂੰਨੀ ਮਾਈਨਿੰਗ ਦੀਆਂ ਕਿੰਨੀਆਂ ਵੀਡੀਓ ਸਰਫੇਸ ਹੋ ਰਹੀਆਂ। ਇਹ ਕਦੀ ਤੁਸੀਂ ਚੀਫ ਮਿਨਿਸਟਰ ਨੂੰ ਰੇਤਾ ਦੀ ਕਿਸੇ ਕਿਹੜਾ ਢੇਰ ਲੱਗਿਆ ਉਹਦਾ ਕੋਈ ਉਦਘਾਟਨ ਕਰਦੇ ਦੇਖਿਆ ਅੱਜ ਤੱਕ? ਮਤਲਬ ਚੀਫ ਮਿਨਿਸਟਰ ਦੇ ਰੁਤਬੇ ਦਾ ਵੀ ਬਿਲਕੁਲ ਮਜ਼ਾਕ ਉਡਾਇਆ ਜਾ ਰਿਹਾ। ਇੱਧਰ ਰੇਤਾ ਦਾ ਉਦਘਾਟਨ ਕਰ ਰਹੇ ਨੇ, ਉੱਧਰ ਮੈਂ ਅਜਨਾਲੇ ਵਿੱਚ ਕੁਲਦੀਪ ਧਾਲੀਵਾਲ ਦੇ ਆਪਣੀ ਕੌਂਸਟੀਟੂਐਂਸੀ ਦੇ ਲਾਗੇ ਪਿੰਡ ਦੇ ਮਤਲਬ ਦਰਜਨਾਂ ਟਰੱਕ 12 ਵਜੇ ਰਾਤ ਨੂੰ ਮਿਡਨਾਈਟ ਵੀਡੀਓ ਸ਼ੂਟ ਕਰਕੇ ਮੇਰੇ ਕੋਲ ਭੇਜੀ, ਜਿਹੜੀ ਕਿ ਮੈਂ ਮੀਡੀਆ ਨੂੰ ਰਿਲੀਜ਼ ਕੀਤੀ ਆ। ਡਰੱਗਸ ਦੀ ਗੱਲ ਕਰ ਲਓ ਤੁਸੀਂ, ਸਾਡੇ ਬੱਚੇ ਔਰਤਾਂ ਤੱਕ ਸ਼ਿਕਾਰ ਨੇ, ਲੜਕੀਆਂ ਆਉਂਦੀਆਂ ਵੀਡੀਓਜ਼ ਪੈਰਾਂ ਤੇ ਨਹੀਂ ਖੜ ਸਕਦੀਆਂ। ਹਰ ਗਲੀ ਕੂਚੇ ਵਿੱਚ ਨਸ਼ਾ ਵਿਕ ਰਿਹਾ ਵਾ। ਆ ਦਿੱਲੀ ਦਾ ਹੈਲਥ ਐਜੂਕੇਸ਼ਨ ਕਹਿੰਦੇ ਸੀਗੇ, ਅੱਜ ਤੁਸੀਂ ਦੇਖੋ ਧੱਕੇ ਨਾਲ ਸਾਡਾ ਜਿਹੜਾ ਐਸਟੈਬਲਿਸ਼ਡ ਹੈਲਥ ਕੇਅਰ ਸਿਸਟਮ ਆ, ਜਿਹੜਾ ਮੈਨੂੰ ਪਤਾ ਵਾ ਕਿ ਨੁਕਸਾਨ ਉਹਦਾ ਹੋਇਆ ਸੀਗਾ, ਡਾਕਟਰਾਂ ਦੀ ਕਮੀ ਸੀ, ਦਵਾਈਆਂ ਦੀ ਕਮੀ ਸੀ, ਬਜਾਏ ਕਿ ਉਹਨੂੰ ਠੀਕ ਕਰਨਾ ਆਪਾਂ ਪੈਰਲਲ ਇੱਕ ਮੁਹੱਲਾ ਕਲੀਨਿਕ ਕੇ ਪਤਾ ਨਹੀਂ ਆਮ ਆਦਮੀ ਕਲੀਨਿਕ ਤੋੜ ਦਿੱਤਾ ਵਾ। ਐਵੇਂ ਪੁਰਾਣੀਆਂ ਬਿਲਡਿੰਗਾਂ ਨੂੰ 5-7 ਲੀਟਰ ਰੰਗ ਕਰਕੇ ਤੁਸੀਂ ਉਹਦੇ 'ਚ ਧੱਕੇ ਨਾਲ ਕਲੀਨਿਕ ਖੋਲ ਰਹੇ। OPDs ਕੀ ਹੈਗੀਆਂ? OPDs ਤਾਂ ਪਹਿਲਾਂ ਜਿਹੜੀਆਂ ਪੇਂਡੂ ਡਿਸਪੈਂਸਰੀਆਂ ਦੇ OPDs, ਜਿਹੜੇ ਰੂਰਲ ਹਸਪੀਟਲ ਆ ਸਾਰਿਆਂ 'ਚ OPD ਹੈ, ਜਿਹੜੇ ਕਮਿਊਨਿਟੀ ਹੈਲਥ ਸੈਂਟਰ ਆ ਸਾਰਿਆਂ 'ਚ OPDs ਹੈਗੀਆਂ। ਤੁਸੀਂ ਜੇ ਪੈਸਾ ਇਹੀ ਲਾਉਣਾ ਹੀ ਆ, ਤੁਸੀਂ ਜਿਹੜਾ ਪੁਰਾਣਾ ਐਸਟੈਬਲਿਸ਼ ਸਾਡਾ ਸਿਸਟਮ ਆ ਇਹਨੂੰ ਠੀਕ ਕਰੋ। ਸੇਮ ਇਜ਼ ਸਿਚੁਏਸ਼ਨ ਵਿਦ ਐਜੂਕੇਸ਼ਨ। ਖੈਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਜ਼ਾ ਮਿਲ ਗਈ ਆਪਣੇ ਗੁਨਾਹ ਦੀ, ਤੁਹਾਨੂੰ ਲੱਗਦਾ ਕਲੈਕਟਿਵ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਸਾਰਿਆਂ ਦੀ, ਸਾਰੀ ਸਰਕਾਰ ਦੇ ਵਿੱਚ ਸੀ? ਨਹੀਂ, ਉਹਨਾਂ ਨੂੰ ਤਾਂ ਸਜ਼ਾ ਮਿਲ ਗਈ। ਮੈਂ ਕਿਹਾ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਵਾ। ਜਿਹੜੇ ਹੁਣ ਵਾਲੇ ਨੇ ਇਹਨਾਂ ਨੂੰ ਸਜ਼ਾ ਮਿਲ ਜਾਊਗੀ। ਅਵਲ ਤਾਂ ਗੁਰੂ ਜਿਹੜਾ ਹੈ ਨਾ ਜੀ, ਉਹਦਾ ਬੜਾ ਕੁਦਰਤ ਬੜੀ ਬੇਅੰਤ ਹੈ। ਇਹਨਾਂ ਨੂੰ ਤਾਂ ਸੰਗਰੂਰ 'ਚ ਹੀ ਸਜ਼ਾ ਦੇ ਦਿੱਤੀ ਹੈ। ਭਗਵੰਤ ਮਾਨ ਦੀ ਜਿਮਨੀ ਚੋਣ 3 ਮਹੀਨਿਆਂ 'ਚ ਲੋਕਾਂ ਨੇ ਉਹਨਾਂ ਨੂੰ ਹਰਾ ਕੇ ਤੋੜ ਦਿੱਤਾ ਸੀਗਾ। ਹੋਰ ਆ ਜਾਣੀਆਂ ਇਲੈਕਸ਼ਨਾਂ, ਤਾਂ ਆਉਂਦੀਆਂ ਰਹਿਣੀਆਂ। ਇਲੈਕਸ਼ਨ ਕਿਹੜੀ ਖਤਮ ਹੋ ਜਾਣੀ, ਤੋਂ ਤੁਹਾਡੇ ਸਾਹਮਣੇ ਆ ਜਾਣਾ। ਸੋ ਜਿਹੜੀ ਵੀ ਸਰਕਾਰ ਜਜ਼ਬਾਤਾਂ ਨਾਲ ਖੇਡੇਗੀ ਔਰ ਖਾਸ ਤੌਰ ਤੇ ਇਦਾਂ ਦੇ ਇੱਕ ਇੰਪੋਰਟੈਂਟ ਇਸ਼ੂ ਦੇ ਉੱਤੇ ਖੇਡੇਗੀ, ਉਹਨਾਂ ਨੂੰ ਸਜ਼ਾ ਮਿਲਣੀ ਹੈਗੀ ਆ। ਜਾਂ ਇਹਦਾ ਦੂਜਾ ਇੱਕੋ ਹੀ ਬਦਲ ਹੈਗਾ ਕਿ ਪੁਖਤਾ ਇਨਸਾਫ, ਸਾਰਿਆਂ ਦੀ ਤਸੱਲੀ ਦੇ ਨਾਲ ਇੱਕ ਪਾਰਦਰਸ਼ੀ ਇਨਸਾਫ ਦਿੱਤਾ ਜਾਵੇ। ਤੁਸੀਂ ਪੁੱਛ ਰਹੇ ਕਿਉਂ ਨਹੀਂ ਕਰਦੇ? ਇਹ ਜਦੋਂ ਸੱਤਾ 'ਚ ਬਹਿ ਜਾਂਦੇ, ਮੇਰੀ ਗੱਲ ਕੰਪਲੀਟ ਨਹੀਂ ਹੋਈ। ਜਦੋਂ ਬਾਹਰ ਬੈਠੇ ਹੁੰਦੇ ਭਗਵੰਤ ਮਾਨ ਦੀਆਂ ਇੱਕ ਥੋੜ੍ਹੀ ਵੀਡੀਓਜ਼ ਤੁਸੀਂ ਦੇਖ ਲਈਆਂ, ਤੇ ਹੁਣ ਸੱਤਾ 'ਚ ਬੈਠ ਕੇ ਇਹਨਾਂ ਦੇ ਟੇਬਰ ਬਦਲ ਗਏ ਨੇ। ਇਹਨਾਂ ਨੂੰ ਹੁਣ ਉਸੇ ਜਿਹੜੀ ਪੁਲਿਸ ਨੂੰ ਗਾਲਾਂ ਕੱਢਦੇ, ਉਹ ਕਹਿੰਦੇ ਹੁਣ ਸਾਡੀ ਪੁਲਿਸ ਹੈ। ਉਹੀ ਜੋ ਤਸ਼ੱਦਦ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ, ਉਦੋਂ ਉਹਨਾਂ ਨੂੰ ਗੁਨਾਹਗਾਰ ਠਹਿਰਾਉਂਦੇ ਸੀ, ਹੁਣ ਆਪ ਤਸ਼ੱਦਦ ਕਰ ਰਿਹਾ। ਅੱਜ ਬੰਦੀ ਸਿੰਘਾਂ ਦੇ ਉੱਤੇ ਲਾਠੀ ਚਾਰਜ ਕਰਨਾ ਆ, ਪਾਣੀ ਦੀ ਬੁਛਾੜ ਮਾਰਨਾ। ਇਟ ਇਜ਼ ਵਾਟ ਡਿਫਰੈਂਸ ਇਜ਼ ਇਟ ਫਰੋਮ ਟ੍ਰੈਡੀਸ਼ਨਲ ਪਾਰਟੀਜ਼? ਨਥਿੰਗ ਹੈਜ਼ ਚੇਂਜਡ ਐਟ ਆਲ। ਸਿਰਫ ਭਗਵੰਤ ਮਾਨ ਆਪ ਹੀ ਕਹਿੰਦਾ ਸੀਗਾ ਜੀ ਕਿ ਧਰਨਿਆਂ ਦਾ ਸਥਾਨ ਬਦਲਦਾ ਵਾ। ਪਹਿਲਾਂ ਬਾਦਲ ਪਿੰਡ ਲੱਗਦੇ ਸੀ, ਮੁੜ ਕੇ ਮੋਤੀ ਮਹਿਲ ਲੱਗਣ ਲੱਗੇ, ਤੇ ਹੁਣ ਸੰਗਰੂਰ ਲੱਗਣ ਲੱਗੇ ਨੇ। ਦੈਟਸ ਆਲ। ਉਹਦੇ ਆਪਣੀ ਕਹਿਣਾ ਹੀ ਆ, ਉਸ ਹਿਸਾਬ ਨਾਲ ਕੰਮ ਚੱਲ ਰਿਹਾ। ਤੋ ਹੀ ਹੈਜ਼ ਨਾਟ ਬੀਨ ਏਬਲ ਟੂ ਚੇਂਜ ਐਨੀਥਿੰਗ ਇਨ ਦ ਸਟੇਟ ਆਫ ਪੰਜਾਬ। ਸੁਖਪਾਲ ਖਹਿਰਾ ਇੱਥੇ ਆਏ ਨੇ, ਇਸ ਨੂੰ ਕੀ ਮੰਨਿਆ ਜਾਵੇ? ਇਕੱਲੇ ਸੁਖਪਾਲ ਖਹਿਰਾ ਇੱਥੇ ਆਏ ਨੇ ਜਾਂ ਵਿਰੋਧੀ ਧਿਰ? ਮੈਂ ਵਿਰੋਧੀ ਧਿਰ ਨੂੰ ਰਿਪਰੈਜ਼ੈਂਟ ਕਰਦਾ ਵਾਂ, ਔਰ ਮੈਂ ਇੱਕ ਇਨਸਾਨ ਦੇ ਤੌਰ ਤੇ ਉੱਤੇ ਵੀ, ਇਨਸਾਨੀ ਨਾਤੇ ਦੇ ਤੌਰ ਦੇ ਉੱਤੇ, ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਵੀ ਸੀਗਾ, ਮੈਂ ਪਹਿਲਾਂ ਵੀ ਕਿਹਾ ਸਟੇਜ ਤੇ ਕਿ ਬਹੁਤ ਸਾਰੇ ਉਦੋਂ ਦੇ ਆਮ ਆਦਮੀ ਪਾਰਟੀ ਦੇ MLA ਸੀ ਜਿਹੜੇ ਮੈਨੂੰ ਅੰਦਰੋਂ ਰੋਕਦੇ ਸੀ, ਜਿਹੜੇ ਬਾਅਦ 'ਚ ਇੱਥੇ ਆਏ ਨੇ ਡਰਦੇ, ਮੈਨੂੰ ਰੋਕਦੇ ਸੀਗੇ ਕਿ ਉੱਥੇ ਨਹੀਂ ਜਾਣਾ। ਮੈਂ ਇਸ ਲਈ ਆ ਰਿਹਾ ਵਾਂ ਕਿਉਂਕਿ ਮੈਂ ਸਮਝਦਾ ਵਾਂ ਕਿ ਇਹ ਇੱਕ ਇਨਸਾਨੀ
ਕੱਲ ਨੂੰ ਕਿਸੇ ਹੋਰ ਧਰਮ ਦੀ ਬੇਅਦਬੀ ਹੁੰਦੀ ਹੈ, ਇਟ ਇਜ਼ ਆਵਰ ਰਿਸਪੌਂਸਿਬਿਲਿਟੀ, ਹਿੰਦੂਆਂ ਦੀ, ਕੋਈ ਰੱਬ ਨਾ ਕਰੇ ਕਿਸੇ ਹੋਰ ਧਰਮ ਦੀ ਹੋਵੇ, ਸਾਰਿਆਂ ਨੂੰ ਲੜਾਈ ਚੜਨੀ। ਇਹ ਧਰਮ ਨਾਲੋਂ ਵੀ ਇਨਸਾਫ ਦੀ ਲੜਾਈ ਹੈ। ਸੋ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਹਮੇਸ਼ਾ ਇਸ ਲੜਾਈ ਵਿੱਚ ਸ਼ਾਮਲ ਰਹਿਣਗੇ। ਕਿ ਬਾਕੀ ਕਾਂਗਰਸੀ ਵੀ ਆਉਣਗੇ? ਮੈਂ ਕਿਸੇ ਕਹਿ ਕੇ ਵਿਰੋਧੀ ਧਿਰ ਨੂੰ ਰਿਪਰੈਜ਼ੈਂਟ ਕਰਦਾ ਮੈਂ, ਮੋਰਚਾ ਹੁਣ ਨਹੀਂ, ਇਹ ਦੇਖੋ, ਇਹ ਆਪਣੀ ਸਭ ਦਾ ਇੱਛਾ ਹੈਗੀ ਆ, ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ। ਮੈਂ ਕਿਸੇ ਨੂੰ ਦਬਾਅ ਪਾ ਕੇ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦਾ। ਮੈਂ ਆਪਣੀ ਗੱਲ, ਆਪਣੀ ਰਿਸਪੌਂਸਿਬਿਲਿਟੀ ਜ਼ਰੂਰ ਲੈਣਾ ਜੀ। ਖਹਿਰਾ ਸਾਹਿਬ, ਲੋਕ ਵਿਸ਼ਵਾਸ ਕਿਹਦੇ ਤੇ ਕਰਨ? 3 ਸਰਕਾਰਾਂ ਦੇਖ ਲਈਆਂ, ਇਨਸਾਫ ਨਹੀਂ ਹੋਇਆ। ਦੇਖੋ, ਇਹ ਜਿਹੜਾ ਇਨਸਾਫ ਹੈ ਨਾ, ਕਈ ਵਾਰ ਕਈ ਦਹਾਕੇ ਚੱਲਦਾ ਵਾ ਇਹ। ਅਗਰ ਆਪਾਂ ਇਤਿਹਾਸ ਵਿੱਚ ਦੇਖੋਗੇ, ਦੇਰ ਆਰ ਮੈਨੀ ਇੰਸਟੈਂਸਿਸ ਜਿਹਦੇ 'ਚ ਬਹੁਤ ਲੰਬੀ ਲੜਾਈ ਲੜਨੀ ਪੈਂਦੀ। ਔਰ ਆਪਣੇ, ਜੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ, ਪੰਜਾਬ ਦੇ ਨਾਲ ਤਾਂ ਅਰਸੇ ਤੋਂ ਬੇਇਨਸਾਫੀ ਦਾ ਸਿਲਸਿਲਾ ਚੱਲ ਰਿਹਾ ਵਾ। ਸੋ ਆਪਾਂ ਨੂੰ ਕਈ ਵਾਰੀ ਇਹ ਸਮਝ ਕੇ ਕਿ ਹੁਣ ਬਹੁਤ ਦੇਰ ਹੋ ਗਈ, 3 ਸਰਕਾਰਾਂ ਬਦਲ ਗਈਆਂ, ਇਹਦੇ ਨਾਲ ਇਨਸਾਫ ਦੀ ਲੜਾਈ ਪਿੱਛੇ ਨਹੀਂ ਹਟਿਆ ਜਾ ਸਕਦਾ। ਇਹਨੂੰ ਲੜਨਾ ਅੱਗੇ ਲਾਜ਼ਮੀ ਆ, ਔਰ ਦਿਨ ਜ਼ਰੂਰ ਆਵੇਗਾ ਕਿ ਜਿਸ ਦਿਨ ਪੁਖਤਾ ਇਹਦੇ ਤੇ ਇਨਸਾਫ ਡੈਫੀਨੇਟਲੀ ਹੋਵੇ। ਫਿਰ ਸਾਹਿਬ, ਲਾਸਟ ਕੁਐਸਚਨ ਹੈ, ਤੁਸੀਂ ਮਾਈਨਿੰਗ ਦੀ ਗੱਲ ਕੀਤੀ ਸੀ, ਇਸ ਕਰਕੇ ਮੈਂ ਕੁਐਸਚਨ ਕਰ ਰਿਹਾ। ਤੁਹਾਡੇ ਖਿਲਾਫ ਤੁਹਾਨੂੰ ਲੀਗਲ ਨੋਟਿਸ ਭੇਜਿਆ ਗਿਆ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕੁਲਦੀਪ ਧਾਲੀਵਾਲ ਹੋਰਾਂ ਉਹਦਾ ਇੱਕ ਉਹਨਾਂ ਨੇ ਮੈਨੂੰ ਨੋਟਿਸ ਭੇਜਿਆ, ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਟਵਿੱਟਰ ਤੇ। ਉਸ ਵੀਡੀਓ ਵਿੱਚ 2 ਸਰਕਾਰੀ ਮੁਲਾਜ਼ਮ ਔਰਤਾਂ ਉਹਦੇ 'ਚ ਪੈਸੇ ਦੇ ਆਦਾਨ ਪ੍ਰਦਾਨ ਦਾ, ਕਰਪਸ਼ਨ ਦੀ ਗੱਲ ਕਰ ਰਹੀਆਂ। ਉਹਨਾਂ 'ਚੋਂ ਇੱਕ ਔਰਤ ਜਿਹੜੀ ਹੈ ਮੁਲਾਜ਼ਮ, ਉਹ ਕੁਲਦੀਪ ਸਿੰਘ ਧਾਲੀਵਾਲ ਦੇ ਬੇਟੇ ਦਾ ਨਾਮ ਸ਼ਾਇਦ ਖੁਸ਼ਪਾਲ ਸਿੰਘ ਆ, ਉਹ ਖੁਸ਼ਪਾਲ ਦਾ ਜ਼ਿਕਰ ਕਰਦੀ ਹੈ। ਮੈਂ ਉਸ ਵੀਡੀਓ ਨੂੰ ਟੈਗ ਕਰਕੇ 4 ਲਾਈਨਾਂ ਉੱਤੇ ਲਿਖ ਕੇ ਕਿ ਭਗਵੰਤ ਮਾਨ ਨੂੰ ਇਹਦੀ ਜਾਂਚ ਕਰਾਉਣੀ ਚਾਹੀਦੀ ਆ, ਤਾਂ ਉਹਨਾਂ ਨੇ ਜਾਂਚ ਤਾਂ ਕੀ ਕਰਾਉਣੀ ਸੀ, ਉਲਟਾ ਮੈਨੂੰ ਲੀਗਲ ਨੋਟਿਸ ਭੇਜ ਦਿੱਤਾ ਵਾ। ਸੋ ਇਹ ਕੀ ਕਹਿੰਦੇ ਹੁੰਦੇ ਆ ਕਿ ਇਹ ਆਮ ਟਵਿਸਟਿੰਗ ਮੈਥਡਸ ਨੇ, ਪੁਰਾਣੇ ਚੱਲੇ ਆਉਂਦੇ ਨੇ। ਜਦੋਂ ਆਪਣੇ ਕੋਲ ਕੋਈ ਜਵਾਬ ਨਹੀਂ ਹੁੰਦਾ, ਫਿਰ ਅਸੀਂ ਧਮਕਾਉਣੇ ਕਿ ਤੇਰੇ ਤੇ ਪਰਚਾ ਦਰਜ ਕਰਾਂਗੇ। ਸਾਡੇ ਤੇ ਤਾਂ ਪਹਿਲਾਂ ਹੀ ਮੇਰੇ ਤੇ ਪਰਚਾ ਦਰਜ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਦੇ ਕਰਕੇ ਇੱਕ FIR ਦਰਜ ਕੀਤੀ, ਉਹ ਮੁੜ ਕੇ ਲੱਭੀ ਨਹੀਂ, ਪਤਾ ਨਹੀਂ ਕਿੱਥੇ ਆ। ਰਾਜਾ ਵੜਿੰਗ ਤੇ ਮੇਰੇ ਤੇ ਇੱਕ FIR ਦਰਜ ਹੋਈ ਸੀ, ਤੁਹਾਨੂੰ ਯਾਦ ਹੋਊਗਾ, ਕੋਈ 4-5 ਮਹੀਨੇ ਪਹਿਲਾਂ। ਉਹ ਵੀ ਸਿਰਫ ਕੁਛ ਨਹੀਂ ਸੀਗਾ, ਅਸੀਂ ਆਮ ਆਦਮੀ ਪਾਰਟੀ ਦੇ, ਕੋਈ ਇਹਨਾਂ ਦਾ ਹੈਗਾ ਵਾ ਬੋਕਰ ਪਾਰਟੀ ਦਾ ਬੰਦਾ, ਅਸੀਂ ਉਹਦੇ ਕੋਲ ਇੱਕ ਲਿਸਟ ਚੱਕ ਕੇ ਚੇਅਰਮੈਨਾਂ ਦੀਆਂ, ਪਤਾ ਨਹੀਂ ਕੋਈ ਇਹੋ ਜਿਹੀ ਸੀਗੀ, ਉਹ ਅਸੀਂ ਸ਼ੇਅਰ ਕੀਤੀ ਆ। ਅਸੀਂ ਕੋਈ ਆਪ ਫੇਕ ਥੋੜ੍ਹਾ ਜਨਰੇਟ ਕੀਤੀ, ਫਿਰ FIR ਦਰਜ ਕਰਤੀ। FIR ਦਰਜ ਜਾਂ ਨੋਟਿਸ ਦੇਣ ਦਾ ਮਕਸਦ ਪਤਾ ਕੀ ਹੁੰਦਾ ਵਾ? ਜਦੋਂ ਕਹਿੰਦੇ ਜੀ ਕਿ FIR ਦਰਜ ਕੀਤੀ ਅਸੀਂ ਕਿਸੇ ਪਾਰਟੀ ਦੇ ਪ੍ਰਧਾਨ ਤੇ, ਕਿਸੇ MLA ਤੇ, ਉਹ ਬਾਕੀਆਂ ਨੂੰ ਡਰਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਜੇ ਅਸੀਂ ਖਹਿਰੇ ਦੇ ਪਰਚਾ ਦਰਜ ਕਰ ਸਕਦੇ ਆ, ਬੰਦੇ ਬਣ ਜਾਓ। ਇਹ ਬੰਦੇ ਬਣਾਉਣ ਦੀ ਰਾਜਨੀਤੀ ਜਿਹੜੀ ਆ, ਜਿਹੜੀ ਪਹਿਲਾਂ ਰਵਾਇਤੀ ਪਾਰਟੀਆਂ ਤੇ ਇਲਜ਼ਾਮ ਇਹ ਲਾਉਂਦੇ ਸੀਗੇ, ਇਹ ਘੱਟ ਨਹੀਂ ਕਰ ਰਹੇ। ਇਸ ਕਰਕੇ ਕੋਈ ਵੀ ਹੋਰ ਤੁਸੀਂ ਮੇਰੇ ਨਾਲ ਗੱਲ ਕਰ ਲਓਗੇ, ਤੁਹਾਨੂੰ ਅਲਟੀਮੇਟਲੀ ਐਂਡ ਆਫ ਦ ਡੇ ਰਿਜ਼ਲਟ ਹੀ ਮਿਲਣਾ। ਹੁਣ ਮੈਂ ਅੱਜ ਬਰਨਾਲੇ ਤੋਂ ਆਇਆ ਧਰਨੇ ਤੋਂ, ਉਹ ਜਿਹੜਾ MLA ਆ, ਉਹ ਕੋਈ ਉਹਨੇ ਬੰਦਿਆਂ ਵਾਲੀ ਗੱਲ ਕੀਤੀ ਆ, ਲਾਭ ਸਿੰਘ ਉਗੋ ਕਹਿੰਦੇ ਲਫੇੜੇ ਮਾਰ ਕੇ ਜੇਲ੍ਹ 'ਚ ਸੁੱਟ ਦਿਆਂਗੇ। ਸੋ ਉੱਥੇ ਅਸੀਂ ਕਹਿ ਕੇ ਆਏ ਆ ਕਿ ਇਹ ਸਮਾਂ ਹਮੇਸ਼ਾ ਬਦਲਦਾ ਰਹਿੰਦਾ। ਇਹ ਜਿਹੜੇ 92 ਬੰਦੇ ਨੇ, ਇਹਨਾਂ ਨੂੰ ਇਹ ਮਤ ਸਮਝਣ ਕਿ ਇਹਨਾਂ ਦੀ ਅਕਾਊਂਟੇਬਿਲਿਟੀ ਨਹੀਂ ਆਵੇਗੀ। ਇਹਨਾਂ ਦਾ ਟਾਈਮ ਵੀ ਆਊਗਾ, ਔਰ ਜਿੰਨੇ ਇਦਾਂ ਦੇ ਹੈਗੇ ਨੇ ਸਭ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ। ਬਲਜਿੰਦਰ ਕੌਰ ਨੇ ਕੱਲ ਬੋਰਡ ਲਾਇਆ ਪਿੱਛੇ, ਕੈਬਨਿਟ ਮਿਨਿਸਟਰ। ਉਹ ਕਿੱਥੋਂ ਦੀ ਕੈਬਨਿਟ ਮਿਨਿਸਟਰ ਹੈ ਜੀ? ਸਿਰਫ ਉਹਨੂੰ ਖੁਸ਼ ਕਰਨ ਵਾਸਤੇ ਸਰਕਾਰੀ ਪੈਸਾ ਲੁਟਾਇਆ ਜਾ ਰਿਹਾ ਭਗਵੰਤ ਮਾਨ ਨੂੰ, ਕਿਤੇ ਇਹਨੂੰ ਸਹੂਲਤਾਂ ਦੇ ਦਿੰਦੇ ਮਿਨਿਸਟਰ ਵਾਲੀਆਂ, ਗਨਮੈਨ ਦੇ ਦਿੰਦੇ 4, ਤੇ ਪਿੱਛੇ ਲਿਖਿਆ ਹੋਇਆ ਸੰਗਤ ਦਰਸ਼ਨ। ਜਿਹੜੇ ਸੰਗਤ ਦਰਸ਼ਨ ਨੂੰ ਨਿਤ ਦਿਨ ਗਾਲਾਂ ਕੱਢਦੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੋਗਰਾਮ ਨੂੰ, ਉਹ ਪਿੱਛੇ ਲਿਖਾਇਆ ਹੋਇਆ ਵਾ, ਔਰ ਪੁਲਿਸ ਵਾਲੇ ਪਿੱਛੇ ਖੜੇ ਕੀਤੇ ਹੋਏ ਕਿ ਮੇਰਾ ਲੋਕਾਂ ਨੂੰ ਪਤਾ ਲੱਗ ਜਾਏ ਕਿ ਮੇਰੇ 'ਚ ਟੌਰ ਹੈਗਾ ਵਾ। ਸੋ ਇਦਾਂ ਦੇ ਫੁਕਰੇ ਟਾਈਪ ਬੰਦੇ ਨੇ ਆ ਕੇ ਗਲਤੀ ਨਾਲ, ਹੁਣ ਇਹਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤਦੇ। ਮੋਹਾਲੀ ਮੋਰਚੇ ਤੇ ਲਾਠੀਚਾਰਜ ਹੋਇਆ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ, ਪਰ ਸੁਖਪਾਲ ਖਹਿਰਾ ਉੱਥੇ ਨਹੀਂ ਗਏ। ਮੈਂ ਜੇ ਨਹੀਂ ਵੀ ਜਾ ਸਕਿਆ, ਪਰ ਮੈਂ ਉਹਨਾਂ ਦੀ ਪੂਰੀ ਇਮਦਾਦ, ਖਾਸ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਆ। ਕੁਝ ਸਾਡੀਆਂ ਪਾਰਟੀ ਦੇ ਦਾਇਰੇ ਵਿੱਚ ਰਹਿ ਕੇ ਕਹਿ ਰਹੀ ਕੋਈ ਛੋਟੀ ਮੋਟੀ ਮਜਬੂਰੀਆਂ ਹੁੰਦੀਆਂ ਨੇ। ਮੇਰਾ ਖਿਆਲ ਹੈ ਕਿ ਜਿਹੜੀ ਆਪਣਾ ਆਵਾਮ ਹੈ, ਜਿਹੜੇ ਲੋਕ ਨੇ, ਉਹ ਸਾਰੀਆਂ ਗੱਲਾਂ ਨੂੰ ਅੱਛੀ ਤਰ੍ਹਾਂ ਸਮਝਦੇ ਆ। ਜੇ ਮੈਂ ਨਹੀਂ ਵੀ ਗਿਆ, ਪਰ ਮੈਂ ਇਸ ਗੱਲ ਦਾ ਮੁਦਈ ਅੱਜ ਦਾ ਨਹੀਂਗਾ, ਨਾ ਇਹ ਮੋਰਚਾ ਚਲੋ ਹੁਣ ਲੱਗਿਆ ਵਾ, ਮੈਂ ਅਰਸੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁਦਈ ਰਿਹਾ ਵਾਂ। ਔਰ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਫਿਰ ਮੈਂ ਕਹਿਣਾ ਚਾਹੁੰਦਾ ਰੀਟਰੇਟ ਕਿ ਇਕੱਲੇ ਸਿੱਖ ਨਹੀਂ, ਜਿਨ੍ਹਾਂ ਨੇ ਵੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਉਹਨਾਂ ਨੂੰ ਅੰਦਰ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਜੇ ਸੁਪਰੀਮ ਕੋਰਟ ਰਾਜੀਵ ਗਾਂਧੀ ਦੇ ਹਥਿਆਰਿਆਂ ਨੂੰ ਛੱਡ ਸਕਦਾ ਵਾ, ਤੇ ਫਿਰ ਜਿਹੜੇ ਆ ਪ੍ਰੋਫੈਸਰ ਭੁੱਲਰ ਵਰਗੇ, ਰਾਜੋਆਣਾ ਸਾਹਿਬ ਵਰਗੇ, ਜਾਂ ਹੋਰ ਜਿਹੜੇ 32-32 ਸਾਲ ਕੈਦ ਕੱਟ ਕੇ, ਉਹਨਾਂ ਨੂੰ ਅੰਦਰ ਜੇਲ੍ਹਾਂ ਵਿੱਚ ਰੱਖਣਾ ਕੋਈ ਤੁੱਕ ਨਹੀਂ ਬਣਦੀ। ਬਾਬਾ ਸੁਲਤਾਨ ਜੀ, 골ਡ ਮੈਡਲਿਸਟ, ਤੁਹਾਡੇ ਸ਼ਹਿਰ ਵਿੱਚ ਪਹਿਲੀ ਵਾਰ
ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਉੱਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ ਵਿੱਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ ਵਿੱਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਵਿੱਚ ਅਣਬਣ, ਜਾਦੂ ਟੂਣਾ, ਮਨਮੋਹਣੀ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਸੁਲਤਾਨ ਜੀ 87 913 81 830।